ਹੈਲੋ ਡੀਅਰ ਸਟੂਡੈਂਟਸ, ਹਾਊ ਆਰ ਯੂ। ਅੱਜ ਆਪਾਂ ਜਿਵੇਂ ਪਹਿਲਾਂ ਆਪਾਂ ਪਾਰਟਸ ਆਫ ਸਪੀਚ ਦਾ ਕਾਫੀ ਕੁਝ ਕਰ ਲਿਆ, ਲਗਭਗ ਆਪਾਂ ਸਾਰਾ ਉਹ ਪੜ੍ਹ ਚੁੱਕੇ ਹਾਂ। ਸੋ ਅੱਜ ਮੇਰਾ ਖਿਆਲ ਹੈ ਕਿ ਆਪਾਂ ਟੈਂਸਿਸ ਤੋਂ ਸ਼ੁਰੂਆਤ ਕੀਤੀ ਜਾਵੇ। ਅੱਜ ਦੀ ਜਿਹੜਾ ਅਗਲਾ ਹੁਣ ਆਪਣਾ ਨੈਕਸਟ ਲੈਵਲ ਹੈ। ਸੋ ਟੈਂਸਿਸ ਤੋਂ ਸ਼ੁਰੂਆਤ ਕਰਨ ਵਾਸਤੇ ਆਪਾਂ ਨੂੰ ਪਹਿਲਾਂ ਸਮਝਣਾ ਪਏਗਾ ਕਿ ਟੈਂਸ ਕੀ ਨੇ, ਟੈਂਸ ਕਿਸ ਨੂੰ ਕਹਿੰਦੇ ਆ। ਦੇਖੋ ਟੈਂਸ ਜਿਹੜਾ ਹੈ, ਟੈਂਸ ਤੋਂ ਭਾਵ ਹੁੰਦਾ ਸਮਾਂ। TENS ਟੈਂਸ ਮੀਨਸ ਸਮਾਂ। ਕਿ ਅਸੀਂ ਸਮੇਂ ਦੀ ਕੋਈ ਵਕਤ ਦੀ ਗੱਲ ਕਰਨੀ ਹੈ ਜਾਂ ਪ੍ਰੈਜ਼ੈਂਟ ਦੀ ਕਰਨੀ ਹੈ ਜਾਂ ਪਾਸਟ ਦੀ ਕਰਨੀ ਹੈ, ਤਾਂ ਅਸੀਂ ਉਹਦੇ ਵਾਸਤੇ ਸਾਡੇ ਕੋਲ ਹੈਲਪਿੰਗ ਵਰਬ ਦਾ ਹੋਣਾ ਜਿਹੜਾ ਹੈ ਪਤਾ ਹੋਣਾ ਚਾਹੀਦਾ ਕਿ ਮੈਂ ਪ੍ਰੈਜ਼ੈਂਟ 'ਚ ਕਰ ਰਿਹਾ ਗੱਲ ਜਾਂ ਮੈਂ ਪਾਸਟ 'ਚ ਕਰ ਰਿਹਾ। ਸੋ ਸਿਰਫ ਤੇ ਸਿਰਫ ਹੈਲਪਿੰਗ ਵਰਬਸ ਦੇ ਨਾਲ ਤੇ ਵਰਬਸ ਦੇ ਨਾਲ ਆਪਾਂ ਇਹ ਸਾਰੇ ਸਮੇਂ ਨੂੰ ਬਿਲਕੁਲ ਪੰਨ ਸਕਦੇ ਹਾਂ ਆਪਣੇ ਸੈਂਟੈਂਸਿਸ ਦੇ ਵਿੱਚ। ਸੋ ਟੈਂਸਾਂ ਨੂੰ ਜੇਕਰ ਆਪਾਂ ਉਸ ਥਿਊਰੀ ਨੂੰ ਪੜ੍ਹਾਂਗੇ ਜਿਵੇਂ ਆਪਾਂ ਆਮ ਸਕੂਲਾਂ 'ਚ ਪੜ੍ਹਦੇ ਹਾਂ, ਤਾਂ ਸ਼ਾਇਦ ਕਾਫੀ ਲੰਬਾ ਕੰਮ ਹੋ ਜਾਏਗਾ, ਔਖਾ ਹੋ ਜਾਏਗਾ। ਸੋ ਆਪਣੀ ਕੋਸ਼ਿਸ਼ ਇਹ ਹੈ ਕਿ ਆਪਾਂ ਬਿਲਕੁਲ ਥੋੜ੍ਹੇ ਸਮੇਂ ਦੇ ਵਿੱਚ ਤੇ ਇੰਨਾ ਕੁ ਉਸ ਚੀਜ਼ ਨੂੰ ਕੰਪੈਕਟ ਕਰਕੇ ਪੜ੍ਹੀਏ ਤਾਂ ਜੋ ਸਾਨੂੰ ਕੁਝ ਔਖਾ ਨਾ ਲੱਗੇ। ਹਰ ਚੀਜ਼, ਹਰ ਥਿਊਰੀ, ਹਰ ਜਿਹੜੀ ਉਹ ਸ਼ਾਇਦ ਜੋ ਸਾਡੇ ਸਿੱਖਣ ਵਾਸਤੇ ਬਣੀ ਹੈ, ਉਸ ਦਾ ਕਦੇ ਵੀ ਕੋਈ ਹਾਰਡ ਐਂਡ ਫਾਸਟ ਰੂਲ ਨਹੀਂ ਹੁੰਦਾ ਕਿ ਤੁਸੀਂ ਇਸ ਤਰੀਕੇ ਨਾਲ ਕੰਮ ਕਰਨਾ। ਤੁਸੀਂ ਉਹ ਕੰਮ ਕਰਨਾ ਹੈ, ਕੰਮ ਤੁਸੀਂ ਕਿਸੇ ਤਰੀਕੇ ਨਾਲ ਕਰ ਲਓ, ਬਸ ਉਹ ਕੰਮ ਹੋਣਾ ਚਾਹੀਦਾ ਜੋ ਮੈਂ ਸਮਝਦਾ ਆਪਣੇ ਤੌਰ ਤੇ। ਜਿਸ ਤਰ੍ਹਾਂ ਆਪਾਂ ਟੈਂਸ ਨੂੰ ਕਰਦੇ ਹਾਂ ਤਾਂ ਟੈਂਸ ਕਰਾਉਣ ਵਾਸਤੇ ਸਾਨੂੰ ਬੜਾ ਲੰਬਾ ਸਮਾਂ ਜਦੋਜਹਿਦ ਕਰਨੀ ਪੈਂਦੀ ਹੈ ਸਮਝਾਉਣ ਵਾਸਤੇ ਉਸਨੂੰ। ਪਰ ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਹਮੇਸ਼ਾ ਪੜ੍ਹਾਉਣ ਲੱਗਿਆ ਕਿ ਤੁਸੀਂ ਥੋੜ੍ਹੀਆਂ ਗੱਲਾਂ ਦੱਸੋ, ਉਹ ਥੋੜ੍ਹੀਆਂ ਗੱਲਾਂ ਨੂੰ ਹੀ ਬੱਚੇ ਆਪਣੇ ਹਿਸਾਬ ਨਾਲ ਅੱਗੇ ਐਲੈਬੋਰੇਟ ਕਰ ਲੈਣ, ਉਹਨਾਂ ਨੂੰ ਸਮਝ ਲੈਣ। ਸੋ ਜਿਵੇਂ ਆਪਾਂ ਸ਼ੁਰੂ ਤੋਂ ਪੜ੍ਹਦੇ ਆਏ ਹਾਂ ਸਕੂਲਾਂ ਦੇ ਵਿੱਚ ਵੀ ਕਿ 3 ਟੈਂਸ ਹੁੰਦੇ ਨੇ ਜੀ, ਇੱਕ ਪ੍ਰੈਜ਼ੈਂਟ, ਇੱਕ ਪਾਸਟ, ਇੱਕ ਫਿਊਚਰ। ਥੋੜ੍ਹੀ ਜਿਹੀ ਮੈਂ ਇੱਥੇ ਕਨਫਿਊਜ਼ਨ ਤੁਹਾਡੀ ਜਿਹੜੀ ਦੂਰ ਕਰਦੇ ਹਾਂ, ਕਨਫਿਊਜ਼ਨ ਨਹੀਂ, ਇੱਕ ਸ਼ੱਕ ਦੂਰ ਕਰਦੇ ਹਾਂ ਕਿ ਟੈਂਸ ਦੋ ਹੀ ਨੇ, ਸਮੇਂ ਦੋ ਹੀ ਨੇ, ਇੱਕ ਪ੍ਰੈਜ਼ੈਂਟ ਹੈ, ਇੱਕ ਪਾਸਟ ਹੈ। ਫਿਊਚਰ ਨੂੰ ਵੈਸੇ ਤਾਂ ਅਸੀਂ ਕਿਸੇ ਸਮੇਂ 'ਚ ਜਾਂ ਕਿਸੇ ਟੈਂਸ 'ਚ ਨਹੀਂ ਮੰਨਦੇ, ਪਰ ਫਿਰ ਵੀ ਅਸੀਂ ਜੇਕਰ ਆਉਣ ਵਾਲੇ ਸਮੇਂ ਦੀ ਗੱਲ ਕਰਨੀ ਹੋਵੇ ਤਾਂ ਉਹ ਕਿਵੇਂ ਕਰਾਂਗੇ, ਇਸ ਵਾਸਤੇ ਅਸੀਂ ਦੂਜਾ ਇੱਕ ਫਿਊਚਰ ਟੈਂਸ ਵੀ ਮਿਥ ਲਿਆ, ਫਿਊਚਰ ਵੀ ਮਿਥ ਲਿਆ। ਸੋ ਇਹ 3 ਸਮੇਂ ਨੇ, ਇਹਨਾਂ ਤਿੰਨਾਂ ਨੂੰ ਅੱਗੇ ਆਪਾਂ 4 ਭਾਗਾਂ 'ਚ ਵੰਡਿਆ ਹੈ। ਇੱਕ ਇੰਡੈਫੀਨਿਟ ਹੈ, ਇੱਕ ਕੰਟੀਨਿਊਸ ਹੈ, ਇੱਕ ਪਰਫੈਕਟ ਹੈ, ਇੱਕ ਪਰਫੈਕਟ ਕੰਟੀਨਿਊਸ ਹੈ। ਸੋ 3 ਨੇ, ਪਾਸਟ, ਪ੍ਰੈਜ਼ੈਂਟ, ਫਿਊਚਰ। ਇਹਨਾਂ ਦੇ ਅੱਗੇ 4 ਹੋਰ ਪਾਰਟਸ ਨੇ, ਇੰਡੈਫੀਨਿਟ, ਕੰਟੀਨਿਊਸ, ਪਰਫੈਕਟ ਤੇ ਪਰਫੈਕਟ ਕੰਟੀਨਿਊਸ। ਇੰਡੈਫੀਨਿਟ ਕੀ ਹੈ? ਇੰਡੈਫੀਨਿਟ ਦਾ ਮਤਲਬ ਹੁੰਦਾ ਹੈ ਜਿਹੜੀ ਚੀਜ਼ ਸਾਡੇ ਸਾਹਮਣੇ ਇਨਡੈਫੀਨਿਟ ਤੌਰ ਤੇ ਪਈ ਹੋਵੇ, ਸਾਨੂੰ ਉਹਦਾ ਪੱਕਾ ਪਤਾ ਨਾ ਹੋਵੇ, ਉਹ ਡੈਫੀਨਿਟ ਨਾ ਹੋ ਕੇ ਇਨਡੈਫੀਨਿਟ ਹੋਵੇ। ਇਨਡੈਫੀਨਿਟ ਇੱਕ ਨੈਗੇਟਿਵ ਚੀਜ਼ ਹੈ, ਡੈਫੀਨਿਟ ਕਿ ਕਿਹੜਾ ਕੰਮ ਕਿਸ ਵੇਲੇ ਹੋਇਆ ਅਸੀਂ ਨਹੀਂ ਜਾਣਦੇ, ਕਿਸ ਵੇਲੇ ਹੁੰਦਾ ਅਸੀਂ ਨਹੀਂ ਜਾਣਦੇ, ਕਿਸ ਵੇਲੇ ਹੋਵੇਗਾ ਅਸੀਂ ਨਹੀਂ ਜਾਣਦੇ। ਉਹ ਸਮੇਂ ਦਾ ਸਾਨੂੰ ਨਹੀਂ ਪਤਾ ਹੁੰਦਾ। ਜੇਕਰ ਮੈਂ ਰੋਟੀ ਖਾਧੀ, ਇਟ ਮੀਨਸ ਕਿ ਮੈਂ ਰੋਟੀ ਖਾ ਲਈ ਹੈ, ਮੈਂ ਰੋਟੀ ਅੱਜ ਖਾਧੀ ਹੈ, ਪਰਸੋਂ ਖਾਧੀ ਹੈ, ਚੌਥ ਖਾਧੀ ਹੈ, 10 ਦਿਨ ਪਹਿਲਾਂ ਖਾਧੀ ਹੈ, ਕਦੋਂ ਖਾਧੀ ਹੈ ਇਸ ਦੇ ਬਾਰੇ ਨਹੀਂ ਪਤਾ, ਲੇਕਿਨ ਮੈਂ ਖਾ ਲਈ। ਮੈਂ ਰੋਟੀ ਖਾਂਦਾ ਹਾਂ, ਇਟ ਮੀਨਸ ਕਿ ਮੈਂ ਰੋਟੀ ਖਾਂਦਾ ਹਾਂ, ਮੈਂ ਰੋਟੀ ਛੱਡੀ ਹੋਈ ਨਹੀਂ ਹੈ। ਇਹ ਮੇਰੀ ਆਦਤ ਵੀ ਹੋ ਸਕਦੀ ਹੈ, ਇਹ ਮੇਰਾ ਸ਼ੌਂਕ ਵੀ ਹੋ ਸਕਦਾ। ਮੈਂ ਰੋਟੀ ਖਾਵਾਂਗਾ, ਇਟ ਮੀਨਸ ਕਿ ਮੈਂ ਖਾਵਾਂਗਾ। ਹੁਣ ਮੈਂ ਇੱਥੇ ਇਹ ਵਾਅਦਾ ਕਰ ਲਿਆ ਕਿ ਮੈਂ ਰੋਟੀ ਖਾਵਾਂਗਾ, ਪਰ ਮੈਂ ਕਦੋਂ ਖਾਵਾਂਗਾ ਆਈ ਹੈਵ ਨਾਟ ਟੋਲਡ ਐਨੀਥਿੰਗ ਅਬਾਊਟ ਇਟ ਕਿ ਮੈਂ ਕਦੋਂ ਖਾਵਾਂਗਾ, ਅੱਜ ਖਾਵਾਂਗਾ, ਕੱਲ੍ਹ ਖਾਵਾਂਗਾ, ਪਰਸੋਂ ਖਾਵਾਂਗਾ, ਸਾਲ ਨੂੰ ਖਾਵਾਂਗਾ, 10 ਸਾਲਾਂ ਨੂੰ ਖਾਵਾਂਗਾ, 20 ਨੂੰ ਖਾਵਾਂਗਾ। ਸੋ ਇਹ ਇੱਕ ਚੀਜ਼, ਇਸ ਵਾਸਤੇ ਇਹ ਸਾਰਾ ਕੁਝ ਇੰਡੈਫੀਨਿਟ ਹੈ, ਪੱਕਾ ਪਤਾ ਨਹੀਂ, ਸਮਾਂ ਨਹੀਂ ਕਿ ਕਿਹੜੇ ਵੇਲੇ ਖਾਵਾਂਗਾ। ਜੇ ਮੈਂ ਇਹ ਕਹਿ ਰਿਹਾ ਕਿ ਮੈਂ ਰੋਟੀ ਕੱਲ੍ਹ ਨੂੰ ਖਾਵਾਂਗਾ ਤੇ ਕੱਲ੍ਹ 'ਚ ਵੀ ਸਾਰਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਆ ਜਾਂਦਾ ਹੈ। ਹੁਣ ਕੱਲ੍ਹ ਇਹ ਨਹੀਂ ਪਤਾ ਕਿ ਮੈਂ ਸਵੇਰੇ ਸਭ ਖਾਵਾਂਗਾ, ਮੈਂ ਦੁਪਹਿਰ ਨੂੰ ਖਾਵਾਂਗਾ, ਕਿ ਮੈਂ ਦੁਪਹਿਰ ਤੋਂ ਬਾਅਦ ਖਾਵਾਂਗਾ, ਕਿ ਮੈਂ ਸ਼ਾਮ ਨੂੰ ਖਾਵਾਂਗਾ। ਸੋ ਦੈਟ ਇਜ਼ ਵਾਈ ਵੀ ਕਾਲ ਇਟ ਇੰਡੈਫੀਨਿਟ। ਇਸ ਤੋਂ ਬਾਅਦ ਆ ਗਿਆ ਕੰਟੀਨਿਊਸ। ਕੰਟੀਨਿਊਸ ਦਾ ਮਤਲਬ ਹੁੰਦਾ ਕੋਈ ਚੀਜ਼ ਚੱਲ ਰਹੀ ਹੈ, ਜਾਰੀ। ਜਿਵੇਂ ਉਹ ਰੋਟੀ ਖਾ ਰਿਹਾ ਹੈ, ਉਹ ਰੋਟੀ ਖਾ ਰਿਹਾ ਸੀ, ਜਾਂ ਉਹ ਰੋਟੀ ਖਾ ਰਿਹਾ ਹੋਵੇਗਾ। ਰਿਹਾ ਹੈ, ਰਹੀ ਹੈ, ਰਹੇ ਹਨ। ਕੰਟੀਨਿਊਸ ਜਿੱਥੇ ਲੱਗਾ ਹੋਊਗਾ ਉੱਥੇ ਤੁਸੀਂ ING ਲਾਓਗੇ। ਰਿਹਾ ਜਿੱਥੇ ਕੰਟੀਨਿਊਸ ਹੋਊਗਾ ਉੱਥੇ ਰਿਹਾ ਹੋਊਗਾ, ਜਿੱਥੇ ਰਿਹਾ ਹੋਊਗਾ ਉੱਥੇ ING ਆਊਗਾ। ਇਸੇ ਤਰ੍ਹਾਂ ਪਰਫੈਕਟ ਦਾ ਭਾਵ ਹੁੰਦਾ ਹੈ ਕਿ ਕੰਮ ਹੋ ਚੁੱਕਾ ਹੈ, ਕੰਮ ਹੋ ਚੁੱਕਾ ਸੀ ਤੇ ਕੰਮ ਹੋ ਚੁੱਕਾ ਹੋਵੇਗਾ। ਜਿਵੇਂ ਮੈਂ ਖਾਣਾ ਖਾ ਲਿਆ ਹੈ, ਮੈਂ ਖਾਣਾ ਖਾ ਲਿਆ ਸੀ, ਮੈਂ ਖਾਣਾ ਖਾ ਲਿਆ ਹੋਵੇਗਾ।
सो ये कंटिन्यूज है, परफेक्ट सॉरी ये परफेक्ट है। इस तो अगला आ गया दो टेंसां दा मेल, एक परफेक्ट ते दूसरा कंटिन्यूस। परफेक्ट कंटिन्यूस टेंस कहते हैं, जिवें मैं सवेर तो पढ़ रहा हाँ, पढ़ रहा हाँ, ये कंटिन्यूस आ गया, तो सवेर तो परफेक्ट आ गया। यानी कि मैं सवेर तो पढ़ रहा हाँ, काफ़ी कुछ पढ़ लिया तो हले भी पढ़ रहा, बंद नहीं किया। मैं सवेर तो पढ़ रहा सी, ये भी परफेक्ट कंटिन्यूस है। मैं सवेर तो पढ़ रहा होवांगा, ये भी परफेक्ट कंटिन्यूस है। सो ये जिहड़ा बेस है तुहाडे वास्ते ये मोटा मोटा समझना बड़ा लाजमी है कि इंडेफिनिट मीन अनिश्चित, कंटिन्यूस मीन हाले जारी है, परफेक्ट मीन हो चुका है, तो परफेक्ट कंटिन्यूस मीन हो चुका भी है तो हाले चल भी रहा है। सो ये चार जिहड़ियां अगलियां किस्मां ने इन्हां टेंसां दियां। सो 3 ओ ते 4 ये 4 गुणा 3 बराबर 12, 4 3 is 6, 4 3 is 12। सो ये 12 किस्मां टेंसां दियां। हुण आपां 3-3 करके पढ़ांगे, 3-3 करके। जी अज पढ़ांगे आपां वो पढ़ांगे कंटिन्यूस बारे। कंटिन्यूस, पास्ट कंटिन्यूस, प्रेजेंट कंटिन्यूस एंड फ्यूचर कंटिन्यूस। तुसीं एक गल याद रखियो कि कंटिन्यूस कोई भी टेंस होगा उहदे च फर्स्ट फॉर्म आऊगी। कंटिन्यूस कोई भी होगा उहदे नाल आईएनजी लावांगे आपां। जेकर कंटिन्यूस प्रेजेंट है तो इज एम आर लगू, जेकर कंटिन्यूस पास्ट है तो वाज वर लगू, जेकर कंटिन्यूस फ्यूचर है तो विल बी लगू। दोबारा फिर सुन लो, जेकर पास्ट कंटिन्यूस है तो वाज वर प्लस वर्ब दी फर्स्ट फॉर्म प्लस आईएनजी, जेकर प्रेजेंट कंटिन्यूस है तो इज एम आर प्लस वर्ब दी फर्स्ट फॉर्म प्लस आईएनजी। तो जेकर फ्यूचर कंटिन्यूस है तो फिर की लगेगा, फिर लगेगा विल बी प्लस फर्स्ट फॉर्म प्लस आईएनजी। हुण इस चीज़ को बनाने वास्ते आप की करांगे, आप दोबारा थोड़ा जिहा सेंटेंस की फॉर्मेशन बनाने। जो मैं कहना कि मैं जा रहा हाँ, मैं आए, हाँ एम, जा गो, रहा इन, आई एम गोइंग, आई एम गोइंग। मैं पढ़ रहा हाँ, आई एम रीडिंग। असी हस रहे हाँ, असी वी रहे हाँ, हाँ असी नाल आर, वी आर, हस लाफ रहे इंग, वी आर लाफिंग। असी गा रहे हाँ, वी आर सिंगिंग, वी आर रीडिंग। माई फादर इज ईटिंग फूड, माई मदर इज कुकिंग फूड, माई ब्रदर इज वॉचिंग टीवी। ए प्रेजेंट आ गया। माई टीचर इज टीचिंग, सो ये प्रेजेंट कंटिन्यूस आ गया। जेकर इसका नैगेटिव बनाना होगा तो आप बनावांगे माई फादर इज नॉट ईटिंग फूड, माई मदर इज नॉट कुकिंग फूड, माई ब्रदर इज नॉट वॉचिंग टीवी, माई सिस्टर इज नॉट वर्किंग ऑन कंप्यूटर। सो ये नॉट लग गया। जो भी आप किसी चीज़ का इंटरोगेटिव बनाना हो तो आप हमेशा हैल्पिंग वर्ब को पहला ला दें तो सब्जैक्ट में उस तो बाद लैके आने। हैल्पिंग वर्ब पहला होगा, सब्जैक्ट बाद जाऊगा। जिवें मैं कहा मैं पहला अल्फाबेट बनावा, मेरा भरा टीवी वेख रहा है, माई ब्रदर इज वॉचिंग टीवी। हुण इहदा इंटरोगेटिव बनूगा कि मेरा भरा टीवी वेख रहा है, तो फिर आऊगा इज, फिर आऊगा माई ब्रदर, बाकी उस तरह वॉचिंग टीवी, इज माई ब्रदर वॉचिंग टीवी। मेरे पिताजी खाना खा रहे हैं, माई फादर इज ईटिंग फूड। की मेरे पिताजी खाना खा रहे हैं, इज माई फादर ईटिंग फूड। मेरी भैन काम कर रही है, माई सिस्टर इज वर्किंग, इज माई सिस्टर वर्किंग। आई एम लाफिंग, एम आई लाफिंग। ही इज रीडिंग बुक, इज ही रीडिंग बुक। ही इज गोइंग टू स्कूल, इज ही गोइंग टू स्कूल। सो ये आपस के दोवें क्रॉस होंगे। एफर्मेटिव सब्जेक्ट पहला होगा, हेल्पिंग वर्ब बाद, इंटरोगेटिव हेल्पिंग वर्ब पहला तो सब्जेक्ट बाद। अच्छा ये तो आप गल करती प्रेजेंट कंटिन्यूस की। हुण पास्ट कंटिन्यूस वालों
ਜਿਵੇਂ ਦੱਸਿਆ ਪਾਸਟ ਕੰਟੀਨਿਊਸ ਦੇ ਵਿੱਚ ਕੰਟੀਨਿਊਸ ਮੀਨਸ ਆਈਐਨਜੀ, ਕੰਟੀਨਿਊਸ ਮੀਨਸ ਫਸਟ ਫਾਰਮ। ਹੁਣ ਤੁਸੀਂ ਸਿਰਫ ਤੇ ਸਿਰਫ ਬਦਲਣਾ ਕਿ ਉਹ ਹੈਲਪਿੰਗ ਵਰਬ, ਉੱਥੇ ਇਜ਼ ਐਮ ਆਰ ਸੀ, ਇੱਥੇ ਵਾਜ਼ ਆ ਗਿਆ, ਵਾਰ ਆ ਗਿਆ। ਮੈਂ ਪੜ੍ਹ ਰਿਹਾ ਹਾਂ, ਆਈ ਐਮ ਰੀਡਿੰਗ। ਮੈਂ ਪੜ੍ਹ ਰਿਹਾ ਸਾਂ, ਆਈ ਵਾਜ਼ ਰੀਡਿੰਗ। ਮੇਰੇ ਪਿਤਾ ਜੀ ਖਾਣਾ ਖਾ ਰਹੇ ਹਨ, ਮਾਈ ਫਾਦਰ ਇਜ਼ ਈਟਿੰਗ ਫੂਡ ਪ੍ਰੈਜ਼ੈਂਟ, ਮਾਈ ਫਾਦਰ ਵਾਜ਼ ਈਟਿੰਗ ਫੂਡ ਪਾਸਟ। ਮਾਈ ਬ੍ਰਦਰ ਇਜ਼ ਵਾਚਿੰਗ ਟੀਵੀ ਪ੍ਰੈਜ਼ੈਂਟ, ਮਾਈ ਬ੍ਰਦਰ ਵਾਜ਼ ਵਾਚਿੰਗ ਟੀਵੀ ਪਾਸਟ। ਮਾਈ ਮਦਰ ਇਜ਼ ਕੁਕਿੰਗ ਫੂਡ ਪ੍ਰੈਜ਼ੈਂਟ, ਮਾਈ ਮਦਰ ਵਾਜ਼ ਕੁਕਿੰਗ ਫੂਡ ਪਾਸਟ। ਬਾਕੀ ਉਸ ਤਰ੍ਹਾਂ ਹੀ ਜੇ ਨੈਗੇਟਿਵ ਹੋਵੇ ਤੇ ਨੋਟ ਲਾ ਦੇਣਾ। ਮਾਈ ਫਾਦਰ ਇਜ਼ ਨਾਟ ਈਟਿੰਗ ਫੂਡ, ਮਾਈ ਬ੍ਰਦਰ ਇਜ਼ ਨਾਟ watching TV, my sister is not working, I am not doing this work। so ਉੱਥੇ not ਲੱਗੀ ਤੇ was, my father was not, my brother was not, my sister was not। ਇਸ ਤਰ੍ਹਾਂ ਕਿ ਤੁਸੀਂ ਇੰਟਰੋਗੇਟਿਵ ਬਣਾਉਣਾ ਤੇ ਕੀ ਬਣਾਓਗੇ, ਜਿਵੇਂ ਆਪਾਂ ਪਹਿਲੇ ਇਸ ਲਾਇਆ ਸੀ, ਪਹਿਲਾਂ ਬਾਹਰ ਕੱਢ ਕੇ ਲਿਖ ਲਿਆ ਸੀ, ਫਿਰ ਸਬਜੈਕਟ ਲਾਇਆ ਸੀ। ਇਸੇ ਤਰ੍ਹਾਂ ਇੱਥੇ ਪਹਿਲਾਂ ਆਪਾਂ ਵਾਜ਼ ਜਾਂ ਵਰ ਲਾਵਾਂਗੇ, ਫਿਰ ਸਬਜੈਕਟ ਲਾਵਾਂਗੇ। ਮਾਈ ਫਾਦਰ ਵਾਜ਼ ਈਟਿੰਗ ਫੂਡ, ਵਾਜ਼ ਮਾਈ ਫਾਦਰ ਈਟਿੰਗ ਫੂਡ। ਮਾਈ ਬ੍ਰਦਰ ਵਾਜ਼ ਵਾਚਿੰਗ ਟੀਵੀ, ਵਾਜ਼ ਮਾਈ ਬ੍ਰਦਰ ਵਾਚਿੰਗ ਟੀਵੀ। ਮਾਈ ਸਿਸਟਰ ਵਾਜ਼ ਡੂਇੰਗ ਹਰ ਵਰਕ, ਵਾਜ਼ ਮਾਈ ਸਿਸਟਰ ਡੂਇੰਗ ਹਰ ਵਰਕ। ਮਾਈ ਮਦਰ ਵਾਜ਼ ਕੁਕਿੰਗ ਫੂਡ, ਵਾਜ਼ ਮਾਈ ਮਦਰ ਕੁਕਿੰਗ ਫੂਡ। ਦੈਟਸ ਆਲ। ਉਸ ਤੋਂ ਬਾਅਦ ਆ ਗਿਆ ਫਿਊਚਰ ਕੰਟੀਨਿਊਸ। ਜਿਸ ਤਰ੍ਹਾਂ ਆਪਾਂ ਗੱਲ ਕੀਤੀ ਹੈ ਕਿ ਫਿਊਚਰ ਕੰਟੀਨਿਊਸ, ਫਿਊਚਰ ਜਿੱਥੇ ਫਿਊਚਰ ਲੱਗਾ ਹੋਊਗਾ ਉੱਥੇ ਗਾ ਆਊਗਾ, ਗਾ। ਜਾਵਾਂਗਾ, ਆਵਾਂਗਾ, ਪੜਾਂਗੇ, ਖੇਡਾਂਗੇ, ਹੱਸਾਂਗੇ, ਨੱਚਾਂਗੇ, ਗਾਵਾਂਗੇ। ਜਿੱਥੇ ਗਾ ਲੱਗਾ ਹੋਊਗਾ ਉਹ ਫਿਊਚਰ ਸਮਝੋ ਕਿ ਉਹ ਫਿਊਚਰ ਹੈ। ਜੇਕਰ ਕੰਟੀਨਿਊਸ ਜਾਂ ਫਿਰ ਰਿਹਾ ਹੋਊਗਾ, ਕਿਉਂਕਿ ਅभी भी सब आगे बढ़ के हुने पढ़ के आ रहे हैं कि कंटिन्यूस मीन आईएनजी, कंटिन्यूस मीन वर्ब की फर्स्ट फॉर्म। ਹੁਣ ਗਾ ਤੇ ਗਾ ਨਾਲ ਵਿਲ, ਤੇ ਜੇਕਰ ਫਿਊਚਰ ਕੰਟੀਨਿਊਸ ਨਾਲ ਵਿਲ ਦੇ ਬੀ ਵੀ ਆਊਗਾ। ਵਿਲ ਬੀ ਰੀਡਿੰਗ, ਵਿਲ ਬੀ ਡਾਂਸਿੰਗ, ਵਿਲ ਬੀ ਕੁਕਿੰਗ, ਵਿਲ ਬੀ ਈਟਿੰਗ, ਵਿਲ ਬੀ ਸਿੰਗਿੰਗ, ਵਿਲ ਬੀ ਡਾਂਸਿੰਗ, ਵਿਲ ਬੀ ਐਕਸਰਸਾਈਜ਼ਿੰਗ, ਵਿਲ ਬੀ ਹੀਅਰਿੰਗ, ਵਿਲ ਬੀ ਟਾਕਿੰਗ, ਵਿਲ ਬੀ ਸਪੀਕਿੰਗ, ਵਿਲ ਬੀ ਲਿਸਨਿੰਗ ਵਗੈਰਾ ਵਗੈਰਾ। ਮੈਂ ਖੇਡ ਰਿਹਾ ਹੋਵਾਂਗਾ, ਆਈ ਵਿਲ ਬੀ ਪਲੇਇੰਗ। ਮੈਂ ਹੱਸ ਰਿਹਾ ਹੋਵਾਂਗਾ, ਆਈ ਵਿਲ ਬੀ ਲਾਫਿੰਗ। ਮੈਂ ਰੋ ਰਿਹਾ ਹੋਵਾਂਗਾ, ਆਈ ਵਿਲ ਬੀ ਕ੍ਰਾਈਂਗ, ਆਈ ਵਿਲ ਬੀ ਵੀਪਿੰਗ। ਮੈਂ ਸੋਚ ਰਿਹਾ ਹੋਵਾਂਗਾ, ਆਈ ਵਿਲ ਬੀ ਥਿੰਕਿੰਗ। ਮੈਂ ਪੜ੍ਹ ਰਿਹਾ ਹੋਵਾਂਗਾ, ਆਈ ਵਿਲ ਬੀ ਰੀਡਿੰਗ। ਮੈਂ ਗਾ ਰਿਹਾ ਹੋਵਾਂਗਾ, ਆਈ ਵਿਲ ਬੀ ਸਿੰਗਿੰਗ। ਉਹ ਚਾਹ ਪੀ ਰਹੀ ਹੋਵੇਗੀ, ਸ਼ੀ ਵਿਲ ਬੀ ਟੇਕਿੰਗ ਟੀ। ਉਹ ਹੱਸ ਰਹੀ ਹੋਵੇਗੀ, ਸ਼ੀ ਵਿਲ ਬੀ ਲਾਫਿੰਗ। ਮੇਰੇ ਪਿਤਾ ਜੀ ਗਾ ਰਹੇ ਹੋਣਗੇ, ਮਾਈ ਫਾਦਰ ਵਿਲ ਬੀ ਸਿੰਗਿੰਗ। ਸੋ ਇੱਥੇ ਇੱਕ ਹੀ ਆਏਗਾ, ਕੱਲਾ ਵਿਲ ਬੀ। ਜਿਸ ਤਰ੍ਹਾਂ ਪਾਸਟ ਵਿੱਚ ਵਾਜ਼ ਵਰ, ਵਾਜ਼ ਸਿੰਗੂਲਰ ਨਾਲ, ਵਰ ਪਲੂਰਲ ਨਾਲ। ਪ੍ਰੈਜ਼ੈਂਟ ਵਿੱਚ ਇਜ਼ ਐਮ ਆਰ, ਆਈ ਨਾਲ ਐਮ, ਹੀ ਸ਼ੀ ਇਟ ਨਾਲ ਇਜ਼, ਵੀ ਯੂ ਦੇ ਨਾਲ ਆਰ। ਪਰ ਫਿਊਚਰ ਦੇ ਵਿੱਚ ਕੱਲਾ ਵਿਲ ਬੀ ਆਉਣਾ, ਓਨਲੀ ਵਿਲ ਬੀ। ਸੋ ਇਹ ਇਹਨਾਂ ਖਿਆਲ ਰੱਖਣ ਦੀ ਲੋੜ ਹੈ। ਸੋ ਬਾਕੀ ਤੁਸੀਂ ਆਪੇ ਪ੍ਰੈਕਟਿਸ ਕਰੋ, ਜਿੰਨੀ ਪ੍ਰੈਕਟਿਸ ਕਰ ਸਕਦੇ ਹੋ। ਜਿੰਨੀ ਤੁਸੀਂ ਵੱਧ ਤੋਂ ਪ੍ਰੈਕਟਿਸ ਕਰੋਗੇ ਉਨਾ ਹੀ ਤੁਹਾਡੇ ਫਾਇਦੇਮੰਦ ਰਹੇਗਾ। ਅੱਜ ਦੇ ਜਿਹੜੇ ਟੈਂਸ ਨੇ ਆਪਾਂ ਕੀਤੇ ਨੇ, 3 ਟੈਂਸ ਕਵਰ ਕੀਤੇ ਨੇ, 3 ਕਿਸਮਾਂ ਟੈਂਸਾਂ ਦੀਆਂ ਕਵਰ ਕੀਤੀਆਂ ਨੇ। ਪਾਸਟ ਕੰਟੀਨਿਊਸ, ਪ੍ਰੈਜ਼ੈਂਟ ਕੰਟੀਨਿਊਸ, ਫਿਊਚਰ ਕੰਟੀਨਿਊਸ। ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮੈਂ ਇਹਦੀ ਪ੍ਰੈਕਟਿਸ ਵਾਸਤੇ ਕਾਫੀ ਕੁਝ ਲਿਖਿਆ ਹੈ, ਉਹ ਕਿਰਪਾ ਕਰਕੇ ਚੈੱਕ ਕਰ ਲਿਓ। ਕਿਉਂਕਿ ਜੇ ਤੁਸੀਂ ਪ੍ਰੈਕਟਿਸ ਕਰੋਗੇ ਫਿਰ ਹੀ ਫਾਇਦਾ, ਪ੍ਰੈਕਟਿਸ ਤੋਂ ਬਗੈਰ ਕੋਈ ਫਾਇਦਾ ਨਹੀਂ। ਸੋ ਪ੍ਰੈਕਟਿਸ ਕਰਦੇ ਰਹੋ, ਲਗਾਤਾਰ ਪ੍ਰੈਕਟਿਸ ਕਰਦੇ ਰਹੋ, ਨਵੇਂ ਵਰਡ ਸਿੱਖੋ। ਯੂ ਮਸਟ ਹੈਵ ਅ ਗ੍ਰੇਟ ਟ੍ਰੈਜ਼ਰ ਆਫ ਵੋਕੈਬਲਰੀ। ਵਰਡਸ ਤੋਂ ਬਗੈਰ ਕੁਝ ਨਹੀਂ ਬਣਨਾ। ਸੋ ਵਰਡਸ ਦਾ ਹੋਣਾ ਲਾਜ਼ਮੀ ਹੈ। ਜਿੰਨੇ ਜ਼ਿਆਦਾ ਵਰਡ ਸਿੱਖੋਗੇ ਉਨਾ ਜ਼ਿਆਦਾ ਹੀ ਤੁਹਾਡੀ ਜਿਹੜੀ ਭਾਸ਼ਾ ਹੈ ਉਹ ਖੂਬਸੂਰਤ ਬਣੇਗੀ, ਉਹ ਸੋਹਣੀ ਬਣੇਗੀ। ਜਿੰਨਾ ਜ਼ਿਆਦਾ ਉਹਨਾਂ ਸ਼ਬਦਾਂ ਦਾ ਇਸਤੇਮਾਲ ਕਰਨਾ ਸਿੱਖੋਗੇ ਉਨਾ ਹੀ ਤੁਸੀਂ ਹਰ ਚੀਜ਼ ਨੂੰ ਬੋਲਣਾ ਛੇਤੀ ਸਿੱਖ ਜਾਓਗੇ। ਥੈਂਕ ਯੂ ਵੈਰੀ ਮਚ।